ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਅੱਜ ਆਪਾਂ ਸੌਰ ਮੰਡਲ ਕਰਨ ਜਾ ਰਹੇ ਹਾਂ। ਸੋਲਰ ਸਿਸਟਮ ਦੇ ਉਹ ਸਾਰੇ ਇੰਪੋਰਟੈਂਟ ਕੁਐਸਚਨ ਜੋ ਕਿਸੇ ਨਾ ਕਿਸੇ ਐਗਜ਼ਾਮ 'ਚ ਆਏ ਹੋਏ ਨੇ ਜਾਂ ਉਹ ਕੁਐਸਚਨ ਜਿਹੜੇ ਆ ਸਕਦੇ ਨੇ, ਜਿਹੜੇ ਇੰਪੋਰਟੈਂਟ ਕੁਐਸਚਨ ਬਣਦੇ ਨੇ, ਉਹ ਆਪਾਂ ਸਾਰਿਆਂ ਦੇ 'ਚ ਡਿਸਕਸ ਕਰਾਂਗੇ। ਇਹ ਅਗਰ ਕਿਸੇ ਦਾ PS ਟੈਟ ਦਾ B.Ed ਦਾ ਪੇਪਰ ਹੈ ਜਾਂ ETT ਦਾ ਵੀ ਪੇਪਰ ਹੈ, ਕਿਉਂਕਿ ਦੋਨਾਂ ਦੇ ਵਿੱਚ ਸੋਲਰ ਸਿਸਟਮ ਆਉਣਾ ਹੈ। ਅਤੇ ਅਗਰ ਜਾਂ ਕੋਈ ਪੰਜਾਬ ਐਗਜ਼ਾਮ ਦੀ ਤਿਆਰੀ ਵੀ ਕਰ ਰਿਹਾ ਤਾਂ ਉਹਦੇ ਭੂਗੋਲ ਦੇ ਅੰਦਰ ਇੱਕ ਪੋਰਸ਼ਨ ਹੈ ਸੋਲਰ ਸਿਸਟਮ। ਤਾਂ ਇਹ ਕੁਐਸਚਨ ਸਾਰਿਆਂ ਵਾਸਤੇ ਇੰਪੋਰਟੈਂਟ ਹੈ ਜਿਹੜੇ ਵੀ ਕੋਈ ਪੰਜਾਬ ਦਾ ਐਗਜ਼ਾਮ ਦੇ ਰਹੇ ਨੇ। ਠੀਕ ਹੈ, ਤਾਂ ਆਪਾਂ ਸਟਾਰਟ ਕਰਦੇ ਹਾਂ। ਪਹਿਲਾ ਸਵਾਲ, ਸੂਰਜ ਅਤੇ ਇਸ ਦੇ ਪਰਿਵਾਰ ਨੂੰ ਕੀ ਕਹਿੰਦੇ ਹਨ? ਦੇਖੋ, ਸੂਰਜ ਤੇ ਇਸ ਦੇ ਪਰਿਵਾਰ 'ਚ ਕੌਣ ਆਉਂਦੇ ਨੇ? ਪਰਿਵਾਰ 'ਚ ਇਹਦੇ ਨਾਲ ਪਲੈਨਟਸ, ਗ੍ਰਹਿ ਆਉਂਦੇ ਨੇ, ਜਿਵੇਂ ਬੁੱਧ ਹੋ ਗਿਆ, ਸ਼ੁੱਕਰ, ਪ੍ਰਿਥਵੀ, ਫਿਰ ਉਸ ਤੋਂ ਬਾਅਦ ਮੰਗਲ, ਬ੍ਰਹਿਸਪਤੀ, ਸ਼ਨੀ, ਅਰੁਣ ਤੇ ਵਰੁਣ। ਤਾਂ ਟੋਟਲ 8 ਪਲੈਨਟ ਆਉਂਦੇ ਨੇ। ਪਹਿਲਾਂ 9 ਹੁੰਦੇ ਸੀ, ਹੁਣ 8। ਤੇ ਸੂਰਜ ਤੇ ਉਹ ਸਾਰੇ ਗ੍ਰਹਿਾਂ ਦੇ ਸਮੂਹ ਨੂੰ ਤੇ ਨਾਲ ਜਿਹੜੇ ਉਪਗ੍ਰਹਿ ਵੀ ਨੇ ਉਹ ਸਾਰਿਆਂ ਨੂੰ ਆਪਾਂ ਕੀ ਕਹਿੰਦੇ ਆ? ਸੌਰ ਮੰਡਲ। ਕੀ ਕਹਿੰਦੇ ਆ ਜੀ? ਸੌਰ ਮੰਡਲ। ਤਾਂ ਪਹਿਲੇ ਦਾ ਆਨਸਰ ਕੀ ਹੋਏਗਾ? ਸੌਰ ਮੰਡਲ। ਸੌਰੀ। ਅਗਲਾ, ਸੂਰਜ ਦੀਆਂ ਮੁੱਖ ਗੈਸਾਂ ਦੱਸੋ। ਦੇਖੋ, ਜਿਹੜਾ ਸੂਰਜ ਹੈ ਨਾ, ਦੇਖੋ ਸੂਰਜ ਦੇ ਅੰਦਰ ਕੁਝ 3 ਪਰਤਾਂ ਹੁੰਦੀਆਂ ਨੇ। ਠੀਕ ਹੈ, ਇਹਦੇ ਅੰਦਰ ਨਾ ਜਿਹੜੀ ਬਿਲਕੁਲ ਅੰਦਰ ਵਾਲੀ ਪਰਤ ਹੈ ਉਹਨੂੰ ਆਪਾਂ ਕੋਰ ਕਹਿੰਦੇ ਆ। ਇਹਦੇ ਵਿੱਚ ਕੀ ਹੁੰਦਾ ਹੈ? ਹਾਈਡਰੋਜਨ ਗੈਸ ਹੈ ਉਹ ਹੀਲੀਅਮ ਗੈਸ 'ਚ ਬਦਲਦੀ ਹੈ। ਹਾਈਡਰੋਜਨ ਹੀਲੀਅਮ 'ਚ ਬਦਲਦੀ ਹੈ। ਠੀਕ ਹੈ, ਇਸ ਕਰਕੇ ਹਾਈਡਰੋਜਨ ਤੇ ਹੀਲੀਅਮ ਕਰਕੇ ਹੀ ਇੱਥੇ ਨਿਊਕਲੀਅਰ ਰਿਐਕਸ਼ਨ ਹੁੰਦੀ ਹੈ, ਜਿਸ ਕਰਕੇ ਇੰਨੀ ਗਰਮੀ ਪ੍ਰੋਡਿਊਸ ਹੁੰਦੀ ਹੈ। ਜਿਹਦੀ ਕੋਰਾਂ ਦੇ ਵਿੱਚ ਲਗਭਗ 15 ਮਿਲੀਅਨ ਡਿਗਰੀ ਸੈਲਸੀਅਸ ਟੈਂਪਰੇਚਰ ਹੈ, 15 ਲੱਖ ਮਿਲੀਅਨ ਡਿਗਰੀ ਸੈਲਸੀਅਸ ਟੈਂਪਰੇਚਰ। ਅਤੇ ਇਹਦੀ ਜਿਹੜੀ ਔਸਤ ਐਵਰੇਜ ਟੈਂਪਰੇਚਰ ਦਾ ਲਗਭਗ 5700 ਡਿਗਰੀ ਸੈਲਸੀਅਸ ਹੈ। ਠੀਕ ਹੈ, ਤਾਂ ਇਹਦੇ ਵਾਸਤੇ ਕੁਐਸਚਨ ਕੀ ਹੈ? ਸੂਰਜ ਦੀਆਂ ਮੁੱਖ ਗੈਸਾਂ ਮਤਲਬ ਕਿਹੜੀਆਂ ਜ਼ਰੂਰੀ ਨੇ? ਤਾਂ ਇਹ ਆਪਸ਼ਨ ਹੈ ਹਾਈਡਰੋਜਨ, B ਹੈ ਹੀਲੀਅਮ। ਹਾਈਡਰੋਜਨ ਤੇ ਹੀਲੀਅਮ ਦੋਨੋਂ ਹੀ ਬੜੇ ਜ਼ਰੂਰੀ ਨੇ। ਤਾਂ ਇਹਦਾ ਆਨਸਰ ਕੀ ਆਏਗਾ? 1 ਅਤੇ 2 ਦੋਨੋਂ। ਤੇ ਇਹਦਾ ਆਨਸਰ ਆਏਗਾ ਹਾਈਡਰੋਜਨ ਵੀ ਤੇ ਹੀਲੀਅਮ। ਠੀਕ ਹੈ ਜੀ। ਅੱਛਾ, ਇੱਕ ਤੁਹਾਨੂੰ ਪਹਿਲਾਂ ਦੱਸਦਾ ਕਿ ਕੁਝ ਸਵਾਲ ਇਹਦੇ 'ਚ ਇਹ ਵੀ ਨੇ ਜਿਹਦੇ 'ਚ ਆਪਸ਼ਨ ਗਲਤ ਹੋਣਗੇ। ਕਿਉਂ ਗਲਤ ਹੋਣਗੇ? ਕਿਉਂਕਿ ਕੁਝ ਸਵਾਲ ਪ੍ਰੀਵੀਅਸ ਈਅਰ 'ਚ ਆਏ ਨੇ, ਜੋ ਅੱਜ ਤੋਂ 10 ਸਾਲ ਪਹਿਲਾਂ, 15 ਸਾਲ ਪਹਿਲਾਂ ਪੇਪਰ 'ਚ ਆਏ ਨੇ। ਉਦੋਂ ਆਪਣੇ ਜਿਹੜਾ ਗ੍ਰਹਿ ਸੀ ਉਹਦੇ 'ਚ ਉਦੋਂ ਆਪਣੇ ਟੋਟਲ 9 ਗ੍ਰਹਿ ਹੁੰਦੇ ਸੀ। 9 ਗ੍ਰਹਿ। ਉਦੋਂ ਆਪਣੇ ਕੋਲ ਪਲੂਟੋ ਵੀ ਹੁੰਦਾ ਸੀ। ਤਾਂ ਕਈ ਵਾਰੀ ਕਿਸੇ ਦੇ ਵਿੱਚ ਪਲੂਟੋ ਵੀ ਆਪਸ਼ਨ 'ਚ ਦਿੱਤਾ ਹੋਇਆ। ਉਦੋਂ ਆਪਣੇ ਜਿਹੜੇ ਉਪਗ੍ਰਹਿ ਸੀ, ਸੈਟੇਲਾਈਟ ਸੀ, ਉਹ ਵੀ ਅਲੱਗ ਸੀ। ਉਦੋਂ ਜੂਪੀਟਰ ਦੀ ਜ਼ਿਆਦਾ ਹੁੰਦੀਆਂ ਸੀ। ਠੀਕ ਹੈ, ਹੁਣ ਮਤਲਬ ਜੂਪੀਟਰ ਮਤਲਬ ਬ੍ਰਹਿਸਪਤੀ ਦੀ, ਹੁਣ ਅੱਜ ਕੱਲ੍ਹ ਸ਼ਨੀ ਦੀਆਂ ਜ਼ਿਆਦਾ ਨੇ, ਸੈਚੁਰਨ ਦੀ ਜ਼ਿਆਦਾ ਨੇ। ਤਾਂ ਇਸ ਕਰਕੇ ਕੁਝ ਆਪਸ਼ਨਸ ਚੇਂਜ ਨੇ। ਮੈਂ ਤੁਹਾਨੂੰ ਅੱਜ ਦੇ ਹਿਸਾਬ ਨਾਲ ਆਨਸਰ ਦੱਸ ਰਿਹਾ ਜੋ ਹੁਣ 2021 ਦਾ ਡਾਟਾ ਹੈ। ਠੀਕ ਹੈ ਜੀ। ਅਗਲਾ ਸਵਾਲ ਦੇਖਦੇ ਹਾਂ। ਸੂਰਜ ਪਰਿਵਾਰ ਦਾ ਧੁਰਾ ਕੌਣ ਹੈ? ਮਤਲਬ ਸੂਰਜ ਪਰਿਵਾਰ ਦਾ ਹੋਂਦ ਕਿਹਦੇ ਕਰਕੇ ਹੈ? ਤਾਂ ਸੂਰਜ ਪਰਿਵਾਰ ਦੀ ਹੋਂਦ ਸੂਰਜ ਕਰਕੇ। ਦੇਖੋ, ਜਿਹੜਾ ਆਪਣਾ ਸੌਰ ਮੰਡਲ ਹੈ ਨਾ, ਇਹਦੇ 'ਚ ਅਗਰ ਪ੍ਰਿਥਵੀ ਹੈ ਜਾਂ ਬਾਕੀ ਸਾਰੇ ਪਲੈਨਟ ਨੇ, ਜੋ ਸਾਰੇ ਗ੍ਰਹਿ ਨੇ, ਉਹ ਸਾਰੇ ਦੇ ਸਾਰੇ ਸੂਰਜ ਦੇ ਆਲੇ ਦੁਆਲੇ ਚੱਕਰ ਘੁੰਮ ਰਹੇ। ਤਾਂ ਸੂਰਜ ਇੱਕ ਮੇਨ ਤਾਰਾ ਹੈ ਜਿਹਦੇ ਆਲੇ ਦੁਆਲੇ ਚੱਕਰ ਘੁੰਮਦੇ। ਦੇਖੋ ਹੈ ਕਿ ਜਿਹੜੀ ਸਾਰਾ ਸੌਰ ਮੰਡਲ ਹੈ ਤਾਰਿਆਂ ਨਾਲ ਬਣਿਆ। ਤਾਂ ਸੂਰਜ ਵੀ ਇੱਕ ਛੋਟਾ ਜਿਹਾ ਤਾਰਾ ਹੈ ਜਿਹਦੇ ਆਲੇ ਦੁਆਲੇ ਬਹੁਤ ਸਾਰੇ ਗ੍ਰਹਿ ਚੱਕਰ ਲਗਾ ਰਹੇ ਨੇ। ਇਸ ਕਰਕੇ ਜਿਹੜੇ ਆਪਣੇ ਸੌਰ ਮੰਡਲ ਦੀ ਹੋਂਦ ਹੈ ਇਹ ਕਿਹਦੇ ਕਰਕੇ? ਸੂਰਜ ਕਰਕੇ। ਜਿਹੜਾ ਆਪਣੇ ਅੰਦਰ ਟੈਂਪਰੇਚਰ ਮੇਨਟੇਨ ਕੀਤਾ ਹੋਇਆ, ਜਿਹੜੀ ਗਰਮੀ ਹੈ ਧਰਤੀ ਦੇ ਉੱਤੇ, ਨਹੀਂ ਤਾਂ ਜਿਹੜੇ ਬਾਕੀ ਸਾਰੇ ਗ੍ਰਹਿ ਨੇ ਉਹਦੇ 'ਤੇ ਲਾਈਫ ਐਗਜ਼ਿਸਟ ਨਹੀਂ ਕਰਦੀ, ਜੀਵਨ ਨਹੀਂ ਰਹਿ ਸਕਦਾ, ਕਿਉਂਕਿ ਉੱਥੇ ਠੰਡ ਬਹੁਤ ਜ਼ਿਆਦਾ ਜਾਂ ਗਰਮੀ ਬਹੁਤ ਜ਼ਿਆਦਾ। ਪਰ ਆਪਣੀ ਧਰਤੀ 'ਤੇ ਟੈਂਪਰੇਚਰ ਮੇਨਟੇਨ ਕਿਹਦੇ ਕਰਕੇ? ਸੂਰਜ ਕਰਕੇ। ਠੀਕ ਹੈ। ਅਗਲਾ ਕੁਐਸਚਨ, ਸੂਰਜ ਧਰਤੀ ਦੇ ਵਿਆਸ ਤੋਂ ਕਿੰਨਾ ਵੱਡਾ ਹੈ? ਦੇਖੋ, ਜਿਹੜੀ ਆਪਣੀ ਧਰਤੀ ਹੈ ਉਹ ਸੂਰਜ ਤੋਂ ਬਹੁਤ ਛੋਟੀ। ਅਗਰ ਆਹ ਸੂਰਜ ਹੈ ਤਾਂ ਧਰਤੀ ਬਿਲਕੁਲ ਛੋਟੀ ਜਿਹੀ ਹੈ। ਤਾਂ ਇਹ ਲਗਭਗ 109 ਗੁਣਾ ਵੱਡਾ ਹੈ ਸੂਰਜ। ਤਾਂ ਜਾਂ ਕਹਿ ਲਓ ਧਰਤੀ 109 ਗੁਣਾ ਛੋਟੀ ਹੈ। ਤਾਂ ਆਨਸਰ ਕੀ ਆਏਗਾ? 109 ਗੁਣਾ। ਠੀਕ ਹੈ ਜੀ। ਅਗਲਾ, ਧਰਤੀ ਦੇ ਕਿੰਨੇ ਉਪਗ੍ਰਹਿ ਹਨ? ਦੇਖੋ, ਧਰਤੀ ਦੇ ਵੈਸੇ ਅਗਰ ਨੈਚੁਰਲ ਸੈਟੇਲਾਈਟ ਦੀ ਗੱਲ ਕਰਦੇ ਨੇ, 2 ਤਰ੍ਹਾਂ ਦੇ ਉਪਗ੍ਰਹਿ ਹੁੰਦਾ। ਇੱਕ ਹੁੰਦਾ ਮੈਨ ਮੇਡ, ਜਿਹੜਾ ਇਨਸਾਨ ਦੁਆਰਾ ਬਣਾਇਆ ਗਿਆ, ਜਿਵੇਂ ਆਪਾਂ ਸੈਟੇਲਾਈਟਸ ਬਾਹਰ ਭੇਜਦੇ ਨੇ, ਜੀਓ ਸਟੇਸ਼ਨਰੀ ਸੈਟੇਲਾਈਟ, ਹੋਰ ਵੀ ਬਹੁਤ ਸਾਰੀ ਸੈਟੇਲਾਈਟਸ ਨੇ, ਗੂਗਲ ਮੈਪਸ 'ਚ ਤੁਸੀਂ ਯੂਜ਼ ਕਰਦੇ ਹੋ, ਵੀ ਇੱਕ ਸੈਟੇਲਾਈਟ ਦੁਆਰਾ ਕੀਤੀ ਜਾਂਦੀ ਹੈ। ਪਰ ਇੱਥੇ ਗੱਲ ਕਰ ਰਹੇ ਨੇ ਉਪਗ੍ਰਹਿ ਜਿਹੜਾ ਕੁਦਰਤੀ ਹੈ, ਨੈਚੁਰਲ ਸੈਟੇਲਾਈਟ ਹੈ। ਤਾਂ ਧਰਤੀ ਦਾ ਸਿਰਫ ਇੱਕ ਹੀ ਉਪਗ੍ਰਹਿ ਹੈ, ਉਹ ਕੌਣ ਹੈ? ਚੰਦਰਮਾ। ਅਤੇ 2 ਕਿੰਦੇ ਨੇ? 2 ਨੇ ਮੰਗਲ ਦੇ। ਕਿੰਦੇ ਨੇ? ਮੰਗਲ ਦੇ। ਮਾਰਸ ਦੇ 2 ਨੇ। ਕਿਹੜੇ? ਫੈਬੋਸ ਤੇ ਡੀਮੋਸ। ਤੇ ਅਗਰ ਕੁਐਸਚਨ ਆ ਜਾਏ ਸਭ ਨਾਲ ਛੋਟਾ ਉਪਗ੍ਰਹਿ ਕਿਹੜਾ? ਤਾਂ ਡੀਮੋਸ। ਕਿਹੜੇ ਗ੍ਰਹਿ ਦਾ? ਮੰਗਲ ਗ੍ਰਹਿ ਦਾ। ਅੱਛਾ, ਅਗਲਾ, ਧਰਤੀ ਦੀ ਭੈਣ ਕਿਸ ਗ੍ਰਹਿ ਨੂੰ ਕਿਹਾ ਜਾਂਦਾ ਹੈ? ਇਹ ਬੜੇ ਸਾਰੇ ਪੇਪਰਾਂ 'ਚ ਪੁੱਛਿਆ ਗਿਆ। ਧਰਤੀ ਦੀ ਭੈਣ ਸ਼ੁੱਕਰ ਨੂੰ ਕਿਹਾ ਜਾਂਦਾ। ਕਿਹਨੂੰ ਕਿਹਾ ਜਾਂਦਾ ਹੈ? ਸ਼ੁੱਕਰ ਨੂੰ। ਸ਼ੁੱਕਰ ਕਿਹੜਾ ਹੈ? ਵੀਨਸ। ਵੀਨਸ ਨੂੰ ਧਰਤੀ ਦੀ ਭੈਣ ਕਿਹਾ ਜਾਂਦਾ ਹੈ। ਠੀਕ ਹੈ ਜੀ। ਅਗਲਾ, ਵੱਧ ਧੁਰੀ ਨੂੰ ਮਾਪਣ ਲਈ ਕਿਸ ਇਕਾਈ ਦੀ ਵਰਤੋਂ ਕੀਤੀ ਜਾਂਦੀ ਹੈ? ਦੇਖੋ, ਵੱਧ ਧੁਰੀ ਨੂੰ ਮਾਪਣ ਲਈ ਖਗੋਲ ਇਕਾਈ ਦੀ ਵਰਤੋਂ ਕੀਤੀ ਜਾਂਦੀ ਹੈ। ਕਹਿੰਦੀ ਖਗੋਲ ਇਕਾਈ ਦੀ ਵਰਤੋਂ ਕੀਤੀ ਜਾਂਦੀ ਹੈ। ਠੀਕ ਹੈ ਜੀ। ਅਗਲਾ ਸਵਾਲ,
ਕਿਹੜੇ ਗ੍ਰਹਿ ਉੱਤੇ ਜੀਵਨ ਸੰਭਵ ਹੈ। ਦੇਖੋ ਇੱਥੇ ਆਪਸ਼ਨ 'ਚ ਗਲਤੀ ਹੈ। ਅਗਰ ਉਹਨੂੰ ਪੁੱਛਿਆ ਗਿਆ ਕਿਹੜੇ ਗ੍ਰਹਿ ਉੱਤੇ ਜੀਵਨ ਹੈ ਤਾਂ ਉਹਦਾ ਆਨਸਰ ਆਉਣਾ ਸੀ ਧਰਤੀ। ਅਗਰ ਅੱਜ ਕਿਹੜੇ ਗ੍ਰਹਿ 'ਤੇ ਜੀਵਨ ਸੰਭਵ ਹੈ ਤਾਂ ਉਹ ਆਉਣਾ ਸੀ ਮਾਰਸ। ਮਾਰਸ ਮਤਲਬ ਮੰਗਲ ਗ੍ਰਹਿ ਉੱਤੇ ਜੀਵਨ ਸੰਭਵ ਹੈ। ਤਾਂ ਹੀ ਇੰਡੀਆ ਨੇ ਵੀ ਜਿਹੜਾ ਮਿਸ਼ਨ ਮੰਗਲ ਭੇਜਿਆ ਸੀ 2013 'ਚ, ਉਹ ਕਿਉਂਕਿ ਲੱਗਦਾ ਹੈ ਕਿ ਉੱਥੇ ਮੰਗਲ 'ਤੇ ਪਾਣੀ ਹੋ ਸਕਦਾ ਹੈ, ਕਿਉਂਕਿ ਉੱਥੇ ਆਇਰਨ ਆਕਸਾਈਡ ਪਾਇਆ ਜਾਂਦਾ ਹੈ। ਉਹਦਾ ਲਾਲ ਰੰਗ ਕਿਉਂ ਹੈ? ਆਇਰਨ ਆਕਸਾਈਡ ਕਰਕੇ। ਤਾਂ ਮੰਗਲ 'ਤੇ ਜੀਵਨ ਸੰਭਵ ਹੈ। ਤਾਂ ਅਗਰ ਇੱਥੇ ਆਪਸ਼ਨ ਗਲਤ ਹੈ, ਆਨਸਰ ਇੱਥੇ ਆਪਸ਼ਨ ਹੋਣਾ ਚਾਹੀਦਾ ਧਰਤੀ ਜਗ੍ਹਾ ਮੰਗਲ ਗ੍ਰਹਿ ਹੋਣਾ ਚਾਹੀਦਾ ਸੀ ਆਪਸ਼ਨ, ਠੀਕ ਹੈ। ਪਰ ਅਗਰ ਕੁਐਸਚਨ ਆ ਜਾਏ ਕਿਹੜੇ ਗ੍ਰਹਿ 'ਤੇ ਜੀਵਨ ਹੈ ਤਾਂ ਆਨਸਰ ਆਏਗਾ ਧਰਤੀ, ਠੀਕ ਹੈ ਜੀ। ਅਗਲਾ, ਲਾਲ ਗ੍ਰਹਿ ਕਿਸ ਨੂੰ ਕਹਿੰਦੇ ਨੇ? ਮੈਂ ਤੁਹਾਨੂੰ ਹੁਣੇ ਦੱਸਿਆ, ਲਾਲ ਗ੍ਰਹਿ ਮੰਗਲ ਗ੍ਰਹਿ ਨੂੰ ਕਹਿੰਦੇ ਨੇ। ਕਿਉਂ ਕਹਿੰਦੇ ਨੇ ਆਪਾਂ ਨੂੰ ਪਤਾ ਹੋਣਾ ਚਾਹੀਦਾ, ਬਿਕੋਜ਼ ਆਫ ਆਇਰਨ ਆਕਸਾਈਡ। ਉੱਤੇ ਆਇਰਨ ਆਕਸਾਈਡ ਦੀ ਮਾਤਰਾ ਬਹੁਤ ਜ਼ਿਆਦਾ ਹੈ। ਆਇਰਨ ਆਕਸਾਈਡ ਕੀ ਹੁੰਦਾ? ਤੁਸੀਂ ਜੰਗ ਵੇਖਦੇ ਹੋ ਨਾ, ਜੰਗ ਲੱਗਦੀ ਹੈ, ਜੰਗ ਕਿਹੜੇ ਰੰਗ ਦੀ ਹੁੰਦੀ? ਲਾਲ ਰੰਗ ਦੀ ਹੁੰਦੀ ਨਾ, ਉਹ ਵੀ ਆਇਰਨ ਆਕਸਾਈਡ ਕਰਕੇ ਹੈ। ਤੇ ਲਾਲ ਗ੍ਰਹਿ ਕਿਸ ਨੂੰ ਕਹਿੰਦੇ ਨੇ? ਮੰਗਲ ਨੂੰ ਕਹਿੰਦੇ ਨੇ। ਕਿਉਂ ਕਹਿੰਦੇ ਨੇ? ਆਇਰਨ ਆਕਸਾਈਡ ਦੀ ਵੱਧ ਮਾਤਰਾ ਹੋਣ ਕਰਕੇ, ਠੀਕ ਹੈ। ਅਗਲਾ, ਸੂਰਜ ਪਰਿਵਾਰ ਦਾ ਸਭ ਤੋਂ ਵੱਡਾ ਅਤੇ ਭਾਰੀ ਗ੍ਰਹਿ ਕਿਹੜਾ ਹੈ? ਦੇਖੋ ਸੂਰਜ ਪਰਿਵਾਰ ਦਾ ਸਭ ਨਾਲ ਵੱਡਾ ਹੈ ਬ੍ਰਹਸਪਤੀ, ਠੀਕ ਹੈ ਜੀ। ਅਗਰ ਆਪਾਂ ਆਰਡਰ ਵਾਈਜ਼ ਕਰੀਏ ਕਿ ਕਿਹੜਾ ਸਭ ਨਾਲ ਵੱਡਾ ਹੈ, ਕਿਹੜਾ ਸਭ ਨਾਲ ਛੋਟਾ ਹੈ, ਤਾਂ ਦੇਖੋ ਕਿਸ ਤਰੀਕੇ ਨਾਲ ਕਰਨਾ। ਦੇਖੋ ਸਭ ਨਾਲ ਛੋਟਾ ਗ੍ਰਹਿ ਹੈ ਬੁੱਧ। ਸਭ ਨਾਲ ਛੋਟਾ ਗ੍ਰਹਿ ਕਿਹੜਾ ਹੈ? ਬੁੱਧ। ਬੁੱਧ ਤੋਂ ਬਾਅਦ ਕਿਹੜਾ ਆਉਂਦਾ ਹੈ? ਦੇਖੋ ਆਪਾਂ ਸਿੰਪਲ ਕਰਨਾ। ਬੁੱਧ ਤੋਂ ਬਾਅਦ ਕਿਹੜਾ ਆਉਂਦਾ ਹੈ? ਮੰਗਲ ਤੋਂ ਬਾਅਦ ਕਿਹੜਾ ਆਉਂਦਾ ਹੈ? ਸ਼ੁੱਕਰ ਤੋਂ ਬਾਅਦ ਕਿਹੜਾ ਆਉਂਦੀ? ਧਰਤੀ, ਠੀਕ ਹੈ। ਧਰਤੀ ਤੋਂ ਬਾਅਦ ਕਿਹੜਾ ਆਉਂਦਾ ਹੈ? ਵਰੁਣ ਤੋਂ ਬਾਅਦ ਅਰੁਣ ਤੋਂ ਬਾਅਦ ਸ਼ਨੀ ਤੋਂ ਬਾਅਦ ਬ੍ਰਹਸਪਤੀ। ਤਾਂ ਸਭ ਨਾਲ ਛੋਟਾ ਬੁੱਧ, ਸਭ ਨਾਲ ਵੱਡਾ ਕਿਹੜਾ ਹੈ? ਬ੍ਰਹਸਪਤੀ, ਠੀਕ ਹੈ ਜੀ। ਬੁੱਧ ਮਤਲਬ ਮਰਕਰੀ, ਬ੍ਰਹਸਪਤੀ ਮਤਲਬ ਜੂਪੀਟਰ, ਠੀਕ ਹੈ ਜੀ। ਮੈਂ ਹੁਣ ਇਹਨੂੰ ਇੰਗਲਿਸ਼ ਵਿੱਚ ਦੱਸ ਦੇਣਾ। ਜਿਹੜਾ ਸਭ ਨਾਲ ਛੋਟਾ ਗ੍ਰਹਿ ਹੈ ਉਹ ਹੈ ਮਰਕਰੀ, ਠੀਕ ਹੈ ਜੀ। ਉਸ ਤੋਂ ਬਾਅਦ ਮਾਰਸ ਤੋਂ ਬਾਅਦ ਆਉਂਦਾ ਹੈ ਵੀਨਸ ਤੋਂ ਬਾਅਦ ਆਉਂਦੀ ਅਰਥ ਤੋਂ ਬਾਅਦ ਆਉਂਦਾ ਹੈ ਨੈਪਟਿਊਨ, ਫਿਰ ਯੂਰੇਨਸ, ਫਿਰ ਉਸ ਤੋਂ ਬਾਅਦ ਆਏਗਾ ਸ਼ਨੀ ਕਹਿੰਦੇ ਨੇ ਸੈਚੁਰਨ ਨੂੰ, ਫਿਰ ਆਏਗਾ ਜੁਪੀਟਰ, ਠੀਕ ਹੈ ਜੀ। ਚਲੋ ਜੀ ਅੱਗੇ ਕਰਦੇ ਹਾਂ। ਅਗਲਾ ਹੈ, ਧਰਤੀ ਦੀ ਸਤਹ ਉੱਤੇ ਸਭ ਤੋਂ ਜ਼ਿਆਦਾ ਮਾਤਰਾ ਵਿੱਚ ਕਿਹੜਾ ਧਾਤੂ ਮਿਲਦਾ ਹੈ? ਤਾਂ ਧਰਤੀ ਦੀ ਸਤਹ 'ਤੇ ਸਭ ਨਾਲੋਂ ਜ਼ਿਆਦਾ ਮਾਤਰਾ ਵਿੱਚ ਸਿਲੀਕੌਨ ਮਿਲਦਾ ਹੈ। ਕੀ ਮਿਲਦਾ ਹੈ ਜੀ? ਧਰਤੀ ਦੀ ਸਤਹ ਉੱਤੇ ਜ਼ਿਆਦਾ ਮਾਤਰਾ ਵਿੱਚ ਸਿਲੀਕੌਨ ਪਾਇਆ ਜਾਂਦਾ ਹੈ, ਠੀਕ ਹੈ ਜੀ। ਅਗਲਾ, ਧਰਤੀ ਦੀ ਸਤਹ ਦਾ ਔਸਤਨ ਤਾਪਮਾਨ ਕਿੰਨਾ ਹੈ? ਦੇਖੋ ਧਰਤੀ ਅੰਦਰੋਂ ਬਹੁਤ ਗਰਮ ਹੈ, ਬਾਹਰੋਂ ਬਹੁਤ ਠੰਡੀ ਹੈ। ਤਾਂ ਧਰਤੀ ਦਾ ਔਸਤਨ ਤਾਪਮਾਨ 15 ਡਿਗਰੀ ਸੈਲਸੀਅਸ ਹੈ। ਕਿੰਨਾ ਹੈ ਜੀ? 15। ਅਗਲਾ ਕੁਐਸਚਨ ਹੈ, ਸੂਰਜ ਦੀ ਸਤਹ ਦਾ ਔਸਤਨ ਤਾਪਮਾਨ ਕਿੰਨਾ ਹੈ? ਦੇਖੋ ਧਰਤੀ ਬਹੁਤ ਠੰਡੀ ਤੇ ਸੂਰਜ ਬਹੁਤ ਗਰਮ ਹੈ। ਸੂਰਜ ਦੇ ਕੋਰ 'ਤੇ ਲਗਭਗ 15 ਲੱਖ ਡਿਗਰੀ ਸੈਲਸੀਅਸ ਟੈਂਪਰੇਚਰ ਹੈ। ਤਾਂ ਇਹਦੀ ਸਤਹ 'ਤੇ ਥੋੜ੍ਹਾ ਘੱਟ ਜਾਂਦਾ ਹੈ। ਇਹਦੀ ਸਤਹ 'ਤੇ ਔਸਤਨ ਟੈਂਪਰੇਚਰ 6000 ਡਿਗਰੀ ਸੈਲਸੀਅਸ ਹੈ। ਵੈਸੇ 5778 ਹੈ, ਬਟ ਆਪਾਂ ਇਹਨੂੰ ਇੱਥੇ ਆਪਸ਼ਨ 'ਚ ਆਪਾਂ ਦਿੱਤਾ ਨਹੀਂ ਹੋਇਆ, ਇਸ ਕਰਕੇ ਇਹਦਾ ਆਨਸਰ ਰਹੇਗਾ 6000 ਡਿਗਰੀ ਸੈਲਸੀਅਸ, ਠੀਕ ਹੈ ਜੀ। ਅਗਲਾ ਸਵਾਲ ਕਰਦੇ ਹਾਂ। ਓਜ਼ੋਨ ਪਰਤ ਦਾ ਕੰਮ ਹੈ। ਦੇਖੋ ਓਜ਼ੋਨ ਪਰਤ ਕੀ ਹੈ? ਆਪਣੀ ਸੂਰਜ ਤੋਂ 4 ਤਰ੍ਹਾਂ ਦੀ ਕਿਰਨਾਂ ਨਿਕਲਦੀਆਂ ਨੇ। ਇੱਕ ਨਿਕਲਦੀਆਂ ਨੇ UV ਰੇਜ਼, ਇੱਕ ਨਿਕਲਦੀਆਂ ਨੇ ਐਕਸ ਰੇਜ਼, ਇੱਕ ਨਿਕਲਦੇ ਨੇ ਫੋਟੋਨਸ, ਤੇ ਇੱਕ ਨਿਕਲਦੀਆਂ ਨੇ ਇਨਫਰਾਰੈਡ ਰੇਜ਼, ਠੀਕ ਹੈ। ਗਰਮੀ ਕਿੱਥੋਂ ਆਉਂਦੀ ਹੈ? ਇਨਫਰਾਰੈਡ ਰੇਜ਼ ਤੋਂ। ਤੇ ਲਾਈਟ ਕਿੱਥੋਂ ਆਉਂਦੀ ਹੈ? ਫੋਟੋਨਸ ਤੋਂ, ਠੀਕ ਹੈ। ਐਕਸ ਰੇਜ਼ ਆਪਣੇ ਤੱਕ ਪਹੁੰਚ ਨਹੀਂ ਪਾਉਂਦੇ। ਇੱਕ ਰਹਿ ਗਈ UV ਰੇਜ਼। UV ਰੇਜ਼ ਆਪਾਂ ਨੂੰ ਕੈਂਸਰ ਕਰ ਸਕਦੀਆਂ ਨੇ, ਸਕਿਨ ਕੈਂਸਰ। ਤਾਂ ਉਹਦੇ ਤੋਂ ਬਚਾਉਣ ਵਾਸਤੇ ਭਗਵਾਨ ਨੇ ਆਪਣੀ ਧਰਤੀ ਦੇ ਆਲੇ ਪਾਸੇ ਇੱਕ ਲੇਅਰ ਬਣਾਈ ਹੈ, ਇੱਕ ਪਰਤ ਬਣਾਈ ਹੈ, ਓਜ਼ੋਨ ਦੀ ਪਰਤ। ਤੇ ਪੇਪਰ 'ਚ ਇਹ ਕੁਐਸਚਨ ਕੀ ਪੁੱਛਿਆ ਗਿਆ? ਆਪਾਂ ਨੂੰ ਕੁਐਸਚਨ ਪੁੱਛਿਆ ਗਿਆ ਓਜ਼ੋਨ ਪਰਤ ਦਾ ਕੰਮ ਕੀ ਹੈ? ਤਾਂ ਓਜ਼ੋਨ ਪਰਤ ਦਾ ਕੰਮ ਹੈ ਸੂਰਜ ਤੋਂ ਆਉਣ ਵਾਲੀਆਂ ਪ੍ਰੈਬੈਂਗਨੀ ਕਿਰਨਾਂ ਨੂੰ ਧਰਤੀ ਉੱਤੋਂ ਆਉਣ ਤੋਂ ਰੋਕਣਾ। ਮਤਲਬ UV ਰੇਜ਼ ਨੂੰ ਓਜ਼ੋਨ ਲੇਅਰ ਕੀ ਕਰਦੀ ਹੈ? ਰੋਕਦੀ ਹੈ, ਆਪਣੀ ਧਰਤੀ ਨੂੰ ਪ੍ਰੋਟੈਕਟ ਕਰਦੀ ਹੈ UV ਰੇਜ਼, ਠੀਕ ਹੈ ਜੀ। ਪ੍ਰੈਬੈਂਗਨੀ ਕਿਰਨਾਂ ਤੋਂ ਬਚਾਉਂਦੀ ਹੈ, ਠੀਕ ਹੈ ਜੀ। ਅਗਲਾ, ਧਰਤੀ ਗ੍ਰਹਿ ਨਾਲ ਸੰਬੰਧਿਤ ਕਿਹੜਾ ਕਥਨ ਠੀਕ ਨਹੀਂ ਹੈ? ਆਪਾਂ ਇਹ ਦੱਸਣਾ ਕਿਹੜਾ ਠੀਕ ਨਹੀਂ ਗਾ। ਇਸ ਦੇ ਮੱਧ ਵਿੱਚ ਉਭਾਰ ਹੁੰਦਾ ਹੈ। ਦੇਖੋ ਸੈਂਟਰ 'ਚ ਉਭਾਰ ਹੈਗਾ, ਬਿਲਕੁਲ ਸਹੀ ਗੱਲ ਹੈ। ਇਸ ਨੂੰ ਨੀਲਾ ਗ੍ਰਹਿ ਵੀ ਕਹਿੰਦੇ ਨੇ, ਬਿਲਕੁਲ ਸਹੀ ਗੱਲ ਹੈ। ਧਰਤੀ ਪੂਰੀ ਗੋਲ ਹੈ, ਇਹ ਗਲਤ ਹੈ। ਧਰਤੀ ਪੂਰੀ ਗੋਲ ਨਹੀਂ ਹੈ। ਜਿਹੜੀ ਧਰਤੀ ਹੈ ਨਾ, ਇਹ ਥੋੜ੍ਹੀ ਟੇਢੀ ਮੇਢੀ ਹੈ। ਮਤਲਬ ਕਿੱਥੋਂ ਚਪਟੀ ਹੈ, ਕਿੱਥੋਂ ਗੋਲ ਹੈ। ਇਹਦਾ ਆਕਾਰ ਬਿਲਕੁਲ ਟੇਢਾ ਮੇਢਾ ਜਿਹਾ, ਠੀਕ ਹੈ। ਇਸ ਕਰਕੇ ਇਹਨੂੰ ਜਿਓਨਾਈਡ ਦੇ ਨਾਮ ਤੋਂ ਜਾਣਿਆ ਜਾਂਦਾ। ਜਿਓਨਾਈਡ ਤੋਂ ਹੀ ਇੱਕ ਵਰਡ ਬਣਿਆ ਜਿਓਗ੍ਰਾਫੀ, ਜਿਹਨੂੰ ਕਹਿੰਦੇ ਭੂਗੋਲ।
ਧਰਤੀ ਦੀ ਸਟੱਡੀ ਨੂੰ ਹੀ ਜਿਓਗ੍ਰਾਫੀ ਕਿਹਾ ਜਾਂਦਾ ਹੈ, ਕਿਉਂਕਿ ਜਿਓ ਸ਼ਬਦ ਆਇਆ, ਜਿਓ ਸ਼ਬਦ ਕਿੱਥੋਂ ਆਇਆ? ਧਰਤੀ ਤੋਂ ਆਇਆ। ਧਰਤੀ ਦਾ ਆਕਾਰ ਗੋਲ ਨਹੀਂ ਹੈ, ਠੀਕ ਹੈ, ਟੇਢਾ ਮੇਢਾ ਹੈ, ਇਸ ਕਰਕੇ ਇਹਦਾ ਆਨਸਰ ਕੀ ਆਏਗਾ? ਤੀਸਰਾ ਆਪਸ਼ਨ, ਠੀਕ ਹੈ ਜੀ। ਅਗਲਾ, ਇਹਨਾਂ ਵਿੱਚੋਂ ਧਰਤੀ ਦਾ ਕਿਹੜਾ ਉਪਗ੍ਰਹਿ? ਆਪਾਂ ਦੱਸਣਾ ਧਰਤੀ ਦਾ ਉਪਗ੍ਰਹਿ ਕਿਹੜਾ? ਧਰਤੀ ਤੇ ਇੱਕੋ ਹੀ ਉਪਗ੍ਰਹਿ ਜਿਹਦਾ ਨਾਮ ਕੀ ਹੈ? ਚੰਦਰਮਾ। ਅਗਰ ਆਦੇ ਡਿਮੋਸ ਕਹਿੰਦਾ ਤਾਂ ਡਿਮੋਸ ਹੈ ਮੰਗਲ ਦਾ, ਠੀਕ ਹੈ ਜੀ। ਚਲੋ ਅਗਲਾ, ਸੂਰਜ ਦਾ ਪ੍ਰਕਾਸ਼ ਧਰਤੀ ਉੱਤੇ ਕਿੰਨੇ ਸਮੇਂ ਵਿੱਚ ਪਹੁੰਚਦਾ ਹੈ? ਦੇਖੋ ਸੂਰਜ ਧਰਤੀ ਤੋਂ ਬਹੁਤ ਦੂਰ ਹੈ, ਤਾਂ ਸੂਰਜ ਦਾ ਪ੍ਰਕਾਸ਼ ਧਰਤੀ ਤੇ ਲਗਭਗ 8 ਮਿੰਟ ਲੱਗਦੇ ਨੇ ਪ੍ਰਕਾਸ਼ ਨੂੰ ਇੱਥੇ ਆਉਣ 'ਤੇ। ਮਤਲਬ ਅਗਰ ਸੂਰਜ ਜੇ ਦੇਖੋ ਜਦੋਂ ਸੂਰਜ ਉਦੈ ਹੋ ਜਾਂਦਾ ਹੈ, ਪਰ ਪ੍ਰਕਾਸ਼ ਕਿੰਨੀ ਦੇਰ ਬਾਅਦ ਪਹੁੰਚਦਾ ਹੈ? 8 ਮਿੰਟ ਬਾਅਦ ਪਹੁੰਚਦਾ, ਠੀਕ ਹੈ। ਅਗਲਾ, ਸੂਰਜ ਧਰਤੀ ਤੋਂ ਕਿੰਨੇ ਕਿਲੋਮੀਟਰ ਦੀ ਦੂਰੀ 'ਤੇ ਹੈ? ਦੇਖੋ ਜਿਹੜੀ ਸੂਰਜ ਹੈ ਉਹ ਧਰਤੀ ਤੋਂ ਲਗਭਗ 15 ਕਰੋੜ ਕਿਲੋਮੀਟਰ ਦੂਰ ਹੈ। 15 ਕਰੋੜ ਕਿਲੋਮੀਟਰ ਦੂਰ। ਇਹ ਵੈਰੀ ਇੰਪੋਰਟੈਂਟ ਕੁਐਸਚਨ ਹੈ, ਪੇਪਰ 'ਚ ਪੁੱਛਿਆ ਜਾ ਚੁੱਕਿਆ, ਠੀਕ ਹੈ। ਅਗਲਾ, ਸੂਰਜ ਦੇ ਨੇੜੇ ਕਿਹੜਾ ਗ੍ਰਹਿ ਹੈ? ਦੇਖੋ ਸੂਰਜ ਦੇ ਨੇੜੇ ਬੁੱਧ, ਮਰਕਰੀ ਹੈ। ਅਗਰ ਆਂਦਾ ਸੂਰਜ ਤੋਂ ਦੂਰ ਕਿਹੜਾ ਹੈ ਤਾਂ ਆਣਾ ਸੀ ਵਰੁਣ, ਠੀਕ ਹੈ। ਅਗਲਾ, ਤਾਂ ਸੂਰਜ ਤੋਂ ਸਭ ਤੋਂ ਦੂਰ ਕਿਹੜਾ ਹੈ? ਵਰੁਣ, ਨੈਪਚੂਨ। ਅਗਲਾ, ਸੂਰਜ ਤੋਂ ਸਭ ਤੋਂ ਦੂਰ ਕਿਹੜਾ ਗ੍ਰਹਿ? ਲੋ ਅਗਲਾ ਕੁਐਸਚਨ ਆ ਹੀ ਗਿਆ। ਤਾਂ ਸੂਰਜ ਤੋਂ ਦੂਰ ਸਭ ਨਾਲ ਦੂਰ ਕਿਹੜਾ ਹੈ? ਨੈਪਚੂਨ। ਨੈਪਚੂਨ ਨੂੰ ਕੀ ਕਹਿੰਦੇ ਆਪਾਂ? ਵਰੁਣ ਗ੍ਰਹਿ, ਠੀਕ ਹੈ ਜੀ। ਦੇਖੋ ਇੱਥੇ ਪਲੂਟੋ ਆਪਸ਼ਨ ਕਿਉਂ ਦਿੱਤਾ ਹੋਇਆ? ਪਲੂਟੋ ਕਿਉਂਕਿ ਪੇਪਰ ਕੋਈ ਪੁਰਾਣੇ ਪੇਪਰ 'ਚ ਆਇਆ ਹੋਵੇਗਾ, ਉਸ ਟਾਈਮ ਤੇ ਪਲੂਟੋ ਆਪਣਾ ਗ੍ਰਹਿ ਹੋਏਗਾ, ਹੁਣ ਨਹੀਂ ਹੈ, ਠੀਕ ਹੈ, ਕਿਉਂਕਿ ਹੁਣ ਇਹ ਡਵਾਰਫ ਪਲੈਨਟ ਹੈ, ਠੀਕ ਹੈ। ਸਭ ਤੋਂ ਵੱਡਾ ਗ੍ਰਹਿ ਕਿਹੜਾ ਹੈ? ਆਪਾਂ ਪਹਿਲਾਂ ਕਰ ਚੁੱਕੇ ਹਾਂ। ਸਭ ਨਾਲ ਵੱਡਾ ਗ੍ਰਹਿ ਕਿਹੜਾ? ਬ੍ਰਹਸਪਤੀ। ਜੁਪੀਟਰ ਸਭ ਨਾਲ ਵੱਡਾ ਗ੍ਰਹਿ ਹੈ। ਤੇ ਸਭ ਨਾਲ ਛੋਟਾ ਗ੍ਰਹਿ ਕਿਹੜਾ? ਇਹਨਾਂ 'ਚੋਂ ਅਗਲਾ ਕੁਐਸਚਨ ਹੈ, ਸਭ ਤੋਂ ਛੋਟਾ ਗ੍ਰਹਿ ਕਿਹੜਾ? ਪਲੂਟੋ, ਨੈਪਚੂਨ, ਸ਼ਨੀ ਕੇ ਯੂਰੇਨਸ। ਇਹਨਾਂ ਸਾਰਿਆਂ 'ਚੋਂ ਕੋਈ ਵੀ ਸਭ ਨਾਲ ਛੋਟਾ ਗ੍ਰਹਿ ਨਹੀਂ। ਸਭ ਤੋਂ ਛੋਟਾ ਗ੍ਰਹਿ ਹੈ ਆਪਣਾ ਬੁੱਧ। ਕਿਹੜਾ ਜੀ? ਬੁੱਧ ਗ੍ਰਹਿ ਸਭ ਨਾਲ ਛੋਟਾ ਹੈ, ਠੀਕ ਹੈ ਜੀ। ਅਗਰ ਆਪਾਂ ਇਹਨਾਂ 'ਚੋਂ ਚੈੱਕ ਕਰੀਏ ਕਿ ਇਹਨਾਂ ਤੋਂ ਸਭ ਨਾਲ ਛੋਟਾ ਕਿਹੜਾ ਹੈ, ਤਾਂ ਫਿਰ ਆਨਸਰ ਆਏਗਾ ਨੈਪਟਿਊਨ। ਕਿਹੜਾ ਆਨਸਰ ਆਏਗਾ? ਨੈਪਟਿਊਨ, ਅਗਰ ਇਹਨਾਂ 'ਚ ਵੇਖਿਆ ਜਾਵੇ ਤਾਂ। ਪਰ ਵੈਸੇ ਸਭ ਨਾਲ ਛੋਟਾ ਕਿਹੜਾ ਹੈ? ਬੁੱਧ ਗ੍ਰਹਿ। ਨੈਪਟਿਊਨ ਕਿਹਨੂੰ ਕਹਿੰਦੇ ਨੇ? ਵਰੁਣ ਨੂੰ, ਠੀਕ ਹੈ ਜੀ। ਅਗਲਾ, ਤਾਰਾ ਸਮੂਹ ਨੂੰ ਕੀ ਕਹਿੰਦੇ ਹਨ? ਦੇਖੋ ਜਦੋਂ ਬਿਗ ਬੈਂਗ ਥਿਊਰੀ ਹੋਈ ਸੀ, ਜਦੋਂ ਇੱਕ ਬਹੁਤ ਵੱਡਾ ਪੱਥਰ ਸੀ ਉਹ ਟੁੱਟਿਆ ਸੀ, ਮਤਲਬ ਬਹੁਤ ਵੱਡਾ ਤਾਰਾ ਮੰਡਲ ਦੇ ਅੰਦਰ ਇੱਕ ਬਲਾਸਟ ਹੋਇਆ ਸੀ, ਜਿਹਦੇ ਛੋਟੇ ਛੋਟੇ ਟੁਕੜੇ ਹੋਏ ਅਤੇ ਕੁਛ ਜਗ੍ਹਾ 'ਤੇ ਕੁਛ ਤਾਰੇ ਇਕੱਠੇ ਹੋ ਗਏ। ਉਹ ਤਾਰਿਆਂ ਦੇ ਸਮੂਹ ਨੂੰ ਆਕਾਸ਼ ਗੰਗਾ ਕਿਹਾ ਜਾਂਦਾ। ਕੀ ਕਹਿੰਦੇ ਨੇ ਜੀ? ਆਕਾਸ਼ ਗੰਗਾ। ਅਗਲਾ, ਧਰਤੀ ਨੂੰ ਸੂਰਜ ਦੇ ਆਲੇ ਦੁਆਲੇ ਪਰਿਕਰਮਾ ਕਰਨ ਵਿੱਚ ਕਿੰਨਾ ਸਮਾਂ ਲੱਗਦਾ ਹੈ? ਦੇਖੋ ਧਰਤੀ ਨੂੰ ਸੂਰਜ ਦੇ ਆਲੇ ਦੁਆਲੇ ਪਰਿਕਰਮਾ ਕਰਨ 'ਚ ਲਗਭਗ 365 ਦਿਨ ਅਤੇ 1/4 ਦਿਨ ਨਾਲ ਮਤਲਬ 5 ਤੋਂ 6 ਘੰਟੇ ਐਕਸਟਰਾ ਲੱਗਦੇ ਨੇ। ਜਿਹੜੇ 5 ਤੋਂ 6 ਘੰਟੇ ਹੁੰਦੇ ਨੇ ਇਹ ਇਕੱਠੇ ਹੁੰਦੇ ਜਾਂਦੇ ਨੇ। 4 ਸਾਲ ਦੇ 6 ਘੰਟੇ, ਦੇਖੋ ਪਹਿਲੇ ਸਾਲ 'ਚ 6 ਘੰਟੇ ਐਕਸਟਰਾ ਲੱਗੇ, ਅਗਲੇ ਸਾਲ ਫਿਰ 6 ਘੰਟੇ ਐਕਸਟਰਾ ਲੱਗਦੇ, ਅਗਲੇ ਸਾਲ ਫਿਰ ਤਾਂ 4 ਵਾਰੀ 6 ਘੰਟੇ ਇਕੱਠੇ ਹੋ ਗਏ। 4 ਸਾਲਾਂ ਬਾਅਦ ਇੱਕ ਹੀ ਬਣ ਗਏ 24 ਘੰਟੇ। ਇਸ ਕਰਕੇ ਹਰ 4 ਸਾਲ ਬਾਅਦ ਲੀਪ ਈਅਰ ਆਉਂਦਾ, ਜਿਹਨੂੰ ਆਪਾਂ ਕਹਿੰਦੇ ਹਾਂ ਉਸ ਦਿਨ ਕਿੰਨੇ ਹੋ ਜਾਂਦੇ? 366 ਹੋ ਜਾਂਦੇ, 366 ਦਿਨ, ਠੀਕ ਹੈ। ਇਸ ਕਰਕੇ ਲੀਪ ਈਅਰ 'ਚ 366 ਦਿਨ ਹੁੰਦੇ ਨੇ। ਇੱਕ ਜਿਹੜਾ ਐਕਸਟਰਾ ਦਿਨ ਕਿੱਥੋਂ ਆਉਂਦਾ? ਹਰ ਸਾਲ 6 ਘੰਟੇ ਐਕਸਟਰਾ ਲੱਗਦੇ ਨੇ। ਉਹ 6 ਘੰਟੇ ਜਦੋਂ 4 ਸਾਲਾਂ ਬਾਅਦ ਉਹਨਾਂ ਟੋਟਲ ਕਰੀ ਕਿੰਨਾ ਬਣਦਾ? 24 ਘੰਟੇ, ਮਤਲਬ ਇੱਕ ਦਿਨ ਐਕਸਟਰਾ, ਠੀਕ ਹੈ ਜੀ। ਅਗਲਾ, ਸੂਰਜ ਪਰਿਵਾਰ ਵਿੱਚ ਕੁੱਲ ਕਿੰਨੇ ਗ੍ਰਹਿ ਨੇ? ਹੁਣ ਵੇਖੋ ਇਹ ਵੀ ਪੁਰਾਣਾ ਕੁਐਸਚਨ ਹੈ। ਹੁਣ ਆਪਾਂ ਨੂੰ ਪਤਾ ਸੂਰਜ ਪਰਿਵਾਰ 'ਚ ਕੁੱਲ 8 ਗ੍ਰਹਿ ਨੇ, ਠੀਕ ਹੈ। ਧਰਤੀ ਦਾ ਉਪਗ੍ਰਹਿ ਕਿਹੜਾ ਹੈ? ਧਰਤੀ ਦਾ ਉਪਗ੍ਰਹਿ ਕਿਹੜਾ? ਚੰਦਰਮਾ। ਕਿਹੜਾ ਜੀ? ਧਰਤੀ ਦਾ ਉਪਗ੍ਰਹਿ ਕਿਹੜਾ? ਚੰਦਰਮਾ ਹੈ ਜੀ, ਠੀਕ ਹੈ ਜੀ। ਅਗਲਾ, ਸੌਰ ਮੰਡਲ ਵਿੱਚ ਕਿੰਨੇ ਉਪਗ੍ਰਹਿ ਹਨ? ਦੇਖੋ ਇਹ ਕੁਐਸਚਨ ਦਾ ਜਵਾਬ ਇਸ ਟਾਈਮ ਮੈਂ ਨਹੀਂ ਦੇ ਸਕਦਾ ਕਿਉਂਕਿ ਬਦਲਦੇ ਰਹਿੰਦੇ ਨੇ। ਵੈਸੇ ਹੁਣ ਅਪਰੋਕਸੀਮੇਟਲੀ 150 ਉਪਗ੍ਰਹਿ ਲੱਭੇ ਜਾ ਚੁੱਕੇ ਨੇ। ਸਵਾਲ ਇਹ ਬਣ ਸਕਦਾ ਕਿ ਸਭ ਨਾਲ ਜ਼ਿਆਦਾ ਉਪਗ੍ਰਹਿ ਕਿੰਨੇ ਨੇ? ਫਿਰ ਆਨਸਰ ਆਏਗਾ ਸ਼ਨੀ, ਮਤਲਬ ਸੈਚੁਰਨ ਦੇ, ਠੀਕ ਹੈ। ਉਸ ਤੋਂ ਬਾਅਦ ਕਿੰਨੇ ਨੇ? ਜੁਪੀਟਰ ਦੇ। ਸੈਚੁਰਨ ਦੇ ਲਗਭਗ 82 ਲਿਖਦੇ ਨੇ, ਪਰ ਜਿਨ੍ਹਾਂ ਨੂੰ ਮਾਨਤਾ ਪ੍ਰਾਪਤ ਹੈ ਉਹ ਕਿੰਨੇ ਨੇ? 21। ਅਤੇ ਜੁਪੀਟਰ ਦੇ ਲਗਭਗ 73 ਲਿਖਦੇ ਨੇ, ਜਿਨ੍ਹਾਂ ਨੂੰ ਮਾਨਤਾ ਪ੍ਰਾਪਤ ਹੈ ਉਹ ਕਿੰਨੇ ਨੇ? 16। ਪਰ ਇਹ ਬਦਲਦੇ ਰਹਿੰਦੇ ਨੇ, ਇਸ ਕਰਕੇ ਇਹਦਾ ਜਵਾਬ ਮੈਂ ਨਹੀਂ ਦੇਵਾਂਗਾ ਕਿਉਂਕਿ ਇਹ ਕੁਐਸਚਨ ਪੁਰਾਣਾ ਹੈ, ਠੀਕ ਹੈ। ਪਰ ਇਹਦਾ ਹੁਣ ਆਨਸਰ ਬਦਲ ਚੁੱਕਿਆ ਹੈ, ਠੀਕ ਹੈ। ਅਗਲਾ, ਚੰਦਰਮਾ ਦੀ ਧਰਤੀ ਤੋਂ ਦੂਰੀ ਕਿੰਨੀ ਹੈ? ਦੇਖੋ ਚੰਦਰਮਾ ਦੀ ਧਰਤੀ ਤੋਂ ਦੂਰੀ ਹੈ 3,84,400 ਕਿਲੋਮੀਟਰ, ਠੀਕ ਹੈ। ਇਹ ਵੀ ਇੱਕ ਇੰਪੋਰਟੈਂਟ ਕੁਐਸਚਨ ਹੈ, ਯਾਦ ਕਰ ਲਓ, ਡਾਟਾ ਬੇਸਡ ਹੈ। ਅਗਲਾ,
ਹੈਲੀ ਦਾ ਪੁੱਛਲ ਤਾਰਾ ਕਿੰਨੇ ਸਾਲ ਬਾਅਦ ਦਿਖਾਈ ਦਿੰਦਾ ਹੈ। ਦੇਖੋ ਇੱਕ ਹੈਲੀ ਇੱਕ ਪੁੱਛਲ ਤਾਰਾ ਮਤਲਬ ਇੱਕ ਕੋਮੇਟ ਹੈ ਜਿਹੜਾ ਸੂਰਜ ਦੇ ਆਲੇ ਦੁਆਲੇ ਘੁੰਮਦਾ ਹੈ, ਠੀਕ ਹੈ ਜੀ। ਤੇ ਇਹ ਆਪਣੇ ਧਰਤੀ ਦੇ ਸਭ ਨਾਲ ਨੇੜੋਂ ਟੱਪਦਾ ਹੈ, ਠੀਕ ਹੈ। ਇਹ ਕਿੰਨੇ ਸਾਲਾਂ ਬਾਅਦ ਵਿਖਦਾ ਹੈ? ਇਹ ਲਗਭਗ 75 ਤੋਂ 76 ਸਾਲਾਂ ਬਾਅਦ ਵਿਖਦਾ ਹੈ। ਦੇਖੋ ਇਹਦੇ 'ਚ ਨਾ ਇਹ ਆਪਸ਼ਨ ਗਲਤ ਦਿੱਤੇ ਹੋਏ ਨੇ। ਆਪਸ਼ਨ ਇਹ ਬਣਨੇ ਚਾਹੀਦੇ ਸੀ ਕਿ ਥੋੜਾ ਦੂਰ ਬਣਾਉਣਾ ਚਾਹੀਦਾ। 74 75 ਸਾਲ ਤੋਂ 75 76 ਸਾਲ ਇੱਕੋ ਹੀ ਆਂਸਰ ਹੈ, ਕਿਉਂਕਿ ਉਹ 75 ਸਾਲ ਬਾਅਦ ਆਉਂਦਾ ਹੈ। ਤਾਂ ਇਹਦਾ ਵੈਸੇ ਬੁੱਕ 'ਚ ਆਂਸਰ ਦਿੱਤਾ ਸੀ 75 ਤੋਂ 76 ਸਾਲ ਬਾਅਦ ਹੈਲੀ ਦਾ ਤਾਰਾ ਦਿਖਦਾ ਹੈ, ਠੀਕ ਹੈ ਜੀ। ਅਗਲਾ, ਉਲਕਾ ਪਿੰਡ ਦੇ ਡਿੱਗਣ ਉੱਤੇ ਬਣਨ ਵਾਲੇ ਛੇਕ ਦਾ ਨਾਮ ਕੀ ਹੈ? ਦੇਖੋ ਧਰਤੀ ਦੇ ਉੱਤੇ ਜਦੋਂ ਕੋਈ ਬਾਹਰੋਂ ਐਸਟਰੋਇਡਸ ਆ ਕੇ ਡਿੱਗਦਾ ਹੈ ਉਹਨੂੰ ਆਪਾਂ ਉਲਕਾ ਪਿੰਡ ਕਹਿੰਦੇ ਹਾਂ। ਤੇ ਉਲਕਾ ਪਿੰਡ ਜਦੋਂ ਡਿੱਗਦਾ ਉੱਥੇ ਬਹੁਤ ਵੱਡਾ ਖੱਡਾ ਹੋ ਜਾਂਦਾ ਹੈ। ਤਾਂ ਆਪਣੀ ਧਰਤੀ 'ਤੇ ਜਿਹੜਾ ਉਲਕਾ ਪਿੰਡ ਡਿੱਗਿਆ ਸੀ ਉਹਦੇ ਕਰਕੇ ਜਿਹੜਾ ਖੱਡਾ ਆਇਆ ਉਹਦਾ ਨਾਮ ਕੀ ਹੈ? ਉਹਦਾ ਨਾਮ ਹੈ ਐਰੀਜ਼ੋਨਾ। ਐਰੀਜ਼ੋਨਾ ਧਰਤੀ ਦੀ ਇੱਕ ਜਗ੍ਹਾ ਹੈ, ਠੀਕ ਹੈ, ਉਹਨੂੰ ਕਹਿੰਦੇ ਨੇ ਐਰੀਜ਼ੋਨਾ ਦਾ ਛੇਕ, ਠੀਕ ਹੈ। ਅਗਲਾ, ਧਰਤੀ ਦਾ ਚੰਦਰਮਾ ਉੱਤੇ ਪੈਣ ਵਾਲਾ ਪ੍ਰਕਾਸ਼ ਦਾ ਨਾਮ ਕੀ ਹੈ? ਦੇਖੋ ਜਿਹੜਾ ਧਰਤੀ ਕਰਕੇ ਚੰਦਰਮਾ 'ਤੇ ਪ੍ਰਕਾਸ਼ ਪੈਂਦਾ ਉਹਨੂੰ ਆਪਾਂ ਕਹਿੰਦੇ ਹਾਂ ਚੰਦਰ ਗ੍ਰਹਿਣ। ਕੀ ਕਹਿੰਦੇ ਹਾਂ ਜੀ? ਚੰਦਰ ਗ੍ਰਹਿਣ, ਠੀਕ ਹੈ ਜੀ। ਅਗਲਾ ਕੁਐਸਚਨ, ਅਗਲਾ, ਧਰਤੀ ਆਪਣੀ ਧੁਰੀ ਦੇ ਆਲੇ ਦੁਆਲੇ ਕਿੰਨੇ ਸਮੇਂ ਵਿੱਚ ਇੱਕ ਚੱਕਰ ਪੂਰਾ ਕਰਦੀ ਹੈ? ਦੇਖੋ ਇਹਦਾ ਮਤਲਬ ਇਹ ਹੈ ਕਿ ਧਰਤੀ ਆਦੇ ਐਕਸਿਸ ਤੇ ਇੱਕ ਚੱਕਰ ਕਿੰਨੇ ਦੇਰ 'ਚ ਪੂਰਾ ਕਰਦੀ ਹੈ? ਤਾਂ ਉਹ ਹੈਗਾ 24 ਘੰਟੇ 'ਚ, ਠੀਕ ਹੈ ਜੀ। ਅਗਰ ਇਹਦਾ ਸੂਰਜ ਦੇ ਆਲੇ ਦੁਆਲੇ ਤਾਂ ਫਿਰ ਆਂਸਰ ਆਉਣਾ ਸੀ 365 ਦਿਨ, ਬਟ ਆਪਾਂ ਨੂੰ ਪੁੱਛਿਆ ਗਿਆ ਆਦੀ ਧੁਰੀ ਤੇ, ਤਾਂ ਆਂਸਰ ਕੀ ਆਏਗਾ? 24 ਘੰਟੇ। ਅਗਲਾ, ਧਰਤੀ ਦੁਆਰਾ ਆਪਣੀ ਧੁਰੀ ਦੇ ਆਲੇ ਦੁਆਲੇ ਪੂਰੇ ਕੀਤੇ ਗਏ ਚੱਕਰ ਨੂੰ ਕੀ ਕਹਿੰਦੇ ਹਨ? ਦੇਖੋ ਆਪਾਂ ਜਦੋਂ ਇੱਕ ਚੱਕਰ ਪੂਰਾ ਕਰਦੀ ਆਪਾਂ ਕੀ ਕਹਿੰਦੇ? ਕੀ ਹੋ ਗਿਆ? ਸਾਲ ਹੋ ਗਿਆ ਕਿ ਦਿਨ ਹੋ ਗਿਆ? ਕਹਿੰਦੇ ਦਿਨ ਹੋ ਗਿਆ। ਇਸ ਕਰਕੇ ਆਂਸਰ ਕੀ ਆਏਗਾ? ਦੈਨਿਕ ਗਤੀ, ਠੀਕ ਹੈ। ਦਿਨ ਅਤੇ ਰਾਤ ਧਰਤੀ ਦੀ ਕਿਹੜੀ ਗਤੀ ਕਰਕੇ ਹੁੰਦੇ ਨੇ? ਦੇਖੋ ਦਿਨ ਤੇ ਰਾਤ ਕਿਉਂ ਹੁੰਦੇ ਨੇ? ਦੈਨਿਕ ਗਤੀ ਕਰਕੇ, ਕਿਉਂਕਿ 24 ਘੰਟੇ ਬਾਅਦ ਦਿਨ ਪੂਰਾ ਹੋ ਜਾਂਦਾ ਹੈ। ਤਾਂ ਉਹਦੇ ਆਦੇ ਐਕਸਿਸ ਉੱਤੇ, ਆਦੇ ਅਕਸ਼ ਤੇ ਘੁੰਮਣ ਕਰਕੇ, ਠੀਕ ਹੈ, ਆਦੀ ਧੁਰੀ ਤੇ ਘੁੰਮਣ ਕਰਕੇ ਦਿਨ ਅਤੇ ਰਾਤ ਹੁੰਦਾ ਹੈ, ਠੀਕ ਹੈ ਜੀ। 365 ਦਿਨ ਨਾਲ ਕੀ ਫਰਕ ਪੈਂਦਾ? 365 ਦਿਨ ਨਾਲ ਮੌਸਮ ਬਦਲਦੇ ਨੇ, ਠੀਕ ਹੈ। ਉਹਨੂੰ ਕਹਿੰਦੇ ਨੇ ਵਾਰਸ਼ਿਕ ਗਤੀ। ਵਾਰਸ਼ਿਕ ਗਤੀ ਕਰਕੇ ਮੌਸਮ ਬਦਲਦੇ ਨੇ, ਪਰ ਰਾਤ ਦਿਨ ਦੈਨਿਕ ਗਤੀ ਕਰਕੇ ਬਦਲਦੇ ਨੇ, ਠੀਕ ਹੈ ਜੀ। ਕਿਹੜੀ ਰੇਖਾ ਉੱਤੇ ਦਿਨ ਅਤੇ ਰਾਤ ਇੱਕ ਸਮਾਨ ਹੈ? ਦੇਖੋ ਜਿਹੜੀ ਆਪਣੀ ਅਰਥ ਹੈ, ਗਲੋਬ ਹੈ, ਠੀਕ ਹੈ ਜੀ। ਇਹਦੇ ਉੱਤੇ ਇੱਕ ਸੈਂਟਰ ਤੋਂ ਲਾਈਨ ਜਾਂਦੀ, ਉਹਨੂੰ ਕਹਿੰਦੇ ਨੇ ਭੂਮੱਧ ਰੇਖਾ। ਭੂਮੱਧ ਰੇਖਾ ਇੱਕ ਇਹ ਜਿਹੀ ਰੇਖਾ ਹੈ ਜਿਹਦੇ ਤੇ ਦਿਨ ਅਤੇ ਰਾਤ ਬਿਲਕੁਲ ਇੱਕੋ ਜਿਹੇ ਨੇ, ਠੀਕ ਹੈ ਜੀ। ਤਾਂ ਇਸ ਕਰਕੇ ਆਂਸਰ ਕੀ ਆਏਗਾ? ਭੂਮੱਧ ਰੇਖਾ। ਜੇ ਆਪਾਂ ਉੱਪਰ ਚਲੇ ਜਾਵਾਂਗੇ ਤਾਂ ਇੱਥੇ ਕੀ ਹੋਏਗਾ? ਕਈ ਵਾਰੀ 6-6 ਮਹੀਨੇ ਰਾਤ ਰਹਿੰਦੀ ਤੇ 6-6 ਮਹੀਨੇ ਦਿਨ। ਇਹ ਸੇਮ ਗੱਲ ਇੱਥੇ ਹੈ, ਸਾਊਥ ਪੋਲ 'ਤੇ ਵੀ ਐਵੇਂ ਹੁੰਦਾ ਹੈ, 6-6 ਮਹੀਨੇ ਦਿਨ ਤੇ 6-6 ਮਹੀਨੇ ਰਾਤ ਰਹਿੰਦੀ। ਪਰ ਜਿਹੜੇ ਲੋਕ ਇੱਥੇ ਭੂਮੱਧ ਰੇਖਾ 'ਤੇ ਰਹਿੰਦੇ ਨੇ ਉਹਨਾਂ ਦਾ ਦਿਨ ਤੇ ਰਾਤ ਲਗਭਗ ਇੱਕੋ ਜਿਹਾ ਹੁੰਦਾ, ਮਤਲਬ 11-12 ਘੰਟੇ ਦਾ ਦਿਨ ਤੇ 11-12 ਘੰਟੇ ਦਾ ਹੀ ਰਾਤ ਹੁੰਦੀ ਹੈ, ਠੀਕ ਹੈ। ਲੀਪ ਸਾਲ ਵਿੱਚ ਕਿੰਨੇ ਦਿਨ ਹਨ? ਇਹਨਾਂ 'ਚ ਕੋਈ ਆਪਸ਼ਨ ਠੀਕ ਨਹੀਂ ਹੈ। ਵੈਸੇ ਲੀਪ ਸਾਲ 'ਚ 366 ਦਿਨ ਹੁੰਦੇ ਨੇ। ਇਹਦਾ ਆਂਸਰ ਕੀ ਆਉਣਾ? 366 ਦਿਨ, ਠੀਕ ਹੈ ਜੀ। ਅਗਲਾ, ਸੀ ਆਫ ਟਰੰਕੁਇਲਿਟੀ ਕਿੱਥੇ? ਦੇਖੋ ਸੀ ਆਫ ਟਰੰਕੁਇਲਿਟੀ ਹੈ ਕਿ ਸੀ ਆਫ ਇੱਕ ਜਿਹੜਾ ਆਪਣਾ ਚੰਦਰਮਾ ਹੈ ਉਹਦੇ ਉੱਤੇ ਇੱਕ ਜਗ੍ਹਾ ਵੋਲਕੈਨੋ ਇਰਪਸ਼ਨ ਹੋਈ, ਤਾਂ ਇੱਕ ਛੋਟਾ ਜਿਹਾ ਕਾਲੇ ਰੰਗ ਦਾ ਖੱਡਾ ਬਣਿਆ ਹੈ, ਜਿਵੇਂ ਤੁਸੀਂ ਕਹਿੰਦੇ ਚੰਦਰਮਾ ਉੱਤੇ ਦਾਗ ਬਣਿਆ, ਉਹ ਹੈ ਸੀ ਆਫ ਟਰੰਕੁਇਲਿਟੀ, ਠੀਕ ਹੈ। ਅਤੇ ਇਹ ਕਿੱਥੇ ਹੁੰਦਾ ਹੈ? ਇਹ ਚੰਦਰਮਾ 'ਤੇ ਹੁੰਦਾ ਹੈ, ਠੀਕ ਹੈ ਜੀ। ਕਿੱਥੇ ਹੁੰਦਾ ਹੈ? ਚੰਦਰਮਾ 'ਤੇ। ਧਰਤੀ ਦਾ ਅਕਸ਼ਾਂਸ਼ ਝੁਕਾਓ 23.4 ਡਿਗਰੀ ਹੈ, ਇਸ ਦਾ ਅਰਥ ਕੀ ਹੈ? ਆਪਾਂ ਇਹਨਾਂ 'ਚੋਂ ਕੋਈ ਆਪਸ਼ਨ ਨਹੀਂ ਵੇਖਣਾ, ਆਪਾਂ ਤੁਹਾਨੂੰ ਅਲੱਗ ਤੋਂ ਪੜ੍ਹਨੇ ਆ। ਦੇਖੋ ਧਰਤੀ ਦਾ ਅਕਸ਼ਾਂਸ਼ ਝੁਕਾਓ 23.4 ਡਿਗਰੀ ਦਾ ਮਤਲਬ ਕੀ ਹੈ? ਦੇਖੋ ਆਹ ਧਰਤੀ ਹੈ, ਠੀਕ ਹੈ, ਇਹ ਇਹਦੀ ਜਿਹੜੀ ਐਕਸਿਸ ਹੈ ਉਹਦੇ ਤੋਂ ਥੋੜ੍ਹੀ ਜਿਹੀ ਟੇਢੀ ਘੁੰਮਦੀ ਹੈ, ਮਤਲਬ ਇਹਦਾ ਝੁਕਾਅ ਇਸ ਪਾਸੇ ਕਿੰਨਾ ਹੈ? 23.4 ਡਿਗਰੀ, ਮਤਲਬ ਲਗਭਗ 23.5 ਡਿਗਰੀ। ਤਾਂ ਜਿਹੜੀ ਧਰਤੀ ਹੈ ਉਹਦਾ ਐਕਸਿਸ ਆਹ ਵਾਲਾ ਹੈ, ਧਰਤੀ ਇੱਧਰ ਘੁੰਮਦੀ, ਠੀਕ ਹੈ ਜੀ। ਇਸ ਕਰਕੇ ਧਰਤੀ ਦੇ ਅਕਸ਼ਾਂਸ਼ ਤੋਂ 23.4 ਡਿਗਰੀ ਝੁਕਾਅ 'ਤੇ ਹੈ, ਠੀਕ ਹੈ ਜੀ। ਅਗਲਾ, ਇਹ ਵੈਰੀ ਇੰਪੋਰਟੈਂਟ ਕੁਐਸਚਨ ਹੈ, ਕਿਹੜੀ ਮਿਤੀ ਨੂੰ ਦਿਨ ਅਤੇ ਰਾਤ ਬਰਾਬਰ ਹੁੰਦੇ ਨੇ? ਇਹ ਸਾਲ 'ਚ 2 ਵਾਰ ਹੁੰਦਾ ਹੈ, ਠੀਕ ਹੈ ਜੀ। ਇਹ ਇੱਕ ਤਾਂ ਹੁੰਦਾ 21 ਮਾਰਚ ਨੂੰ, ਦੂਸਰਾ 23 ਸਤੰਬਰ ਨੂੰ। 21 ਮਾਰਚ ਅਤੇ 23 ਸਤੰਬਰ ਨੂੰ ਦਿਨ ਅਤੇ ਰਾਤ ਦੋਨੋਂ ਹੀ ਬਰਾਬਰ ਹੁੰਦੇ, ਠੀਕ ਹੈ ਜੀ। ਰੁੱਤਾਂ ਵਿੱਚ ਪਰਿਵਰਤਨ ਧਰਤੀ ਦੀ ਕਿਹੜੀ ਗਤੀ ਕਰਕੇ ਹੁੰਦਾ? ਮੈਂ ਤੁਹਾਨੂੰ ਹੁਣੇ ਦੱਸਿਆ, ਰੁੱਤਾਂ ਵਿੱਚ ਪਰਿਵਰਤਨ ਧਰਤੀ ਦੀ ਵਾਰਸ਼ਿਕ ਗਤੀ ਕਰਕੇ ਹੁੰਦੇ ਨੇ, ਠੀਕ ਹੈ। ਇੱਕ ਸਾਲ 365 ਦਿਨ ਹੁੰਦਾ, ਇਸ ਕਰਕੇ ਉਹਨਾਂ ਦੇ ਰੁੱਤਾਂ ਵਿੱਚ ਪਰਿਵਰਤਨ ਹੁੰਦਾ, ਠੀਕ ਹੈ ਜੀ। ਆਈ ਹੋਪ ਸੋ ਤੁਹਾਨੂੰ ਸਾਰੇ ਸਵਾਲ ਸਮਝ ਆ ਗਏ ਹੋਣਗੇ। ਇਸ ਤੋਂ ਥੱਲੇ ਇੱਕ ਕੁਐਸਚਨ ਹੈ, ਇਹਦੇ 'ਚ ਥੋੜੀ ਮਿਸਟੇਕ ਹੈ, ਮੈਂ ਤੁਹਾਨੂੰ ਸਮਝਾ ਦੇਣਾ। ਆਪਾਂ ਮਤਲਬ ਮੈਚ ਕਰਨਾ ਹੈ, ਭੂਮੱਧ ਰੇਖਾ ਕਿੰਨੇ ਡਿਗਰੀ 'ਤੇ, ਕਰਕ ਰੇਖਾ ਕਿੰਨੇ ਡਿਗਰੀ 'ਤੇ, ਮੱਕਰ ਰੇਖਾ ਕਿੰਨੇ ਡਿਗਰੀ 'ਤੇ ਹੈ, ਅਤੇ ਆਰਕਟਿਕ ਵ੍ਰਿਤੀ ਕਿੰਨੇ ਡਿਗਰੀ 'ਤੇ। ਮੈਂ ਤੁਹਾਨੂੰ ਇੱਕ ਫੋਟੋ ਦਿਖਾਉਣਾ, ਤੁਹਾਨੂੰ ਉਹਦੇ ਨਾਲ ਸਮਝ ਆ ਜਾਏਗਾ। ਅਤੇ
देखो ਜਿਹੜੀ ਆਪਣੀ ਭੂਮਧ ਰੇਖਾ ਉਹ ਇਕੁਏਟਰ ਹੈ, ਉਹ ਕਿਹਨੂੰ ਹੁੰਦਾ ਹੈ ਇਕੁਏਟਰ। ਉਹ ਕਿੰਨੇ ਡਿਗਰੀ ਤੇ ਹੈ ਜੀ, ਉਹ 0 ਡਿਗਰੀ ਤੇ ਹੈ। ਟ੍ਰੋਪਿਕ ਆਫ ਕੈਂਸਰ ਕਿਹਨੂੰ ਕਹਿੰਦੇ ਨੇ, ਕਰਕ ਰੇਖਾ ਨੂੰ, ਉਹ ਕਿੰਨੇ ਡਿਗਰੀ ਤੇ ਹੈ 23.5 ਡਿਗਰੀ ਤੇ। ਤੇ ਜਿਹੜੀ ਮੱਕਰ ਰੇਖਾ ਉਹਨੂੰ ਕਹਿੰਦੇ ਟ੍ਰੋਪਿਕ ਆਫ ਕੈਪਰੀਕੋਰਨ, ਉਹ ਕਿੰਨੇ ਡਿਗਰੀ ਤੇ ਹੈ, ਉਹ ਵੀ 23.5 ਡਿਗਰੀ ਤੇ। ਇੱਕ ਹੁੰਦਾ ਆਰਕਟਿਕ ਸਰਕਲ ਤੇ ਇੱਕ ਹੁੰਦਾ ਐਂਟਾਰਕਟਿਕ ਸਰਕਲ। ਜਿਹੜਾ ਆਰਕਟਿਕ ਸਰਕਲ ਹੈ ਉਹ 66 ਡਿਗਰੀ ਉੱਪਰ ਹੈਗਾ ਨੌਰਥ ਵਾਲੇ ਪਾਸੇ, ਕਿੱਧਰ ਹੈ ਨੌਰਥ ਵਾਲੇ ਪਾਸੇ। ਤੇ ਜਿਹੜਾ ਹੈਗਾ ਐਂਟਾਰਕਟਿਕ ਸਰਕਲ ਉਹ ਹੈਗਾ ਸਾਊਥ ਪੋਲ ਤੇ, ਕਿੰਨੇ ਡਿਗਰੀ ਤੇ 66 ਡਿਗਰੀ ਤੇ। ਠੀਕ ਹੈ, ਦੁਬਾਰਾ ਦੇਖਦੇ ਹਾਂ ਆਪਾਂ। ਭੂਮਧ ਰੇਖਾ 0 ਡਿਗਰੀ ਤੇ, ਕਰਕ ਰੇਖਾ 23.5, ਜਿਹੜੀ ਮੱਕਰ ਰੇਖਾ ਉਹ ਵੀ 23.5 ਤੇ, ਆਰਕਟਿਕ ਸਰਕਲ 66 ਡਿਗਰੀ ਨੌਰਥ ਤੇ ਐਂਟਾਰਕਟਿਕ ਸਰਕਲ 66 ਡਿਗਰੀ ਸਾਊਥ। ਤਾਂ ਇਹ ਸਾਰੇ ਉਹ ਸਵਾਲ ਸੀ ਜਿਹੜੇ ਪ੍ਰੀਵੀਅਸ ਈਅਰ ਆ ਚੁੱਕੇ ਹਨ ਜਾਂ ਆ ਸਕਦੇ ਨੇ। ਇਹ ਭੂਗੋਲ ਦੇ ਇੰਪੋਰਟੈਂਟ ਕੁਐਸਚਨ ਸੀ। ਇਹ PS ਟੈਟ, C ਟੈਟ, B.Ed, ETT ਤੇ ਜੇ ਕੋਈ ਸਰਕਾਰੀ ਐਗਜ਼ਾਮ ਦੀ ਤਿਆਰੀ ਕਰ ਰਿਹਾ ਸਭ ਵਾਸਤੇ ਹੀ ਬਹੁਤ ਇੰਪੋਰਟੈਂਟ ਹੈ। ਅਗਰ ਤੁਹਾਨੂੰ ਅੱਛਾ ਲੱਗਿਆ ਤਾਂ ਪਲੀਜ਼ ਸਬਸਕ੍ਰਾਈਬ ਟੂ ਮਾਈ ਚੈਨਲ।